ਸਤਿ ਸ਼੍ਰੀ ਅਕਾਲ ਦੋਸਤੋ। ਅਸੀਂ ਬਾਇਓਰੀਮੀਡੀਏਸ਼ਨ ਤਕਨੀਕਸ ਦੇਖ ਰਹੇ ਸੀ ਜੀ। ਕੰਟੀਨਿਊ ਕਰਦੇ ਹਾਂ ਜੀ। ਕੁਝ ਹੋਰ ਬਾਇਓਰੀਮੀਡੀਏਸ਼ਨ ਤਕਨੀਕਾਂ ਦੇਖੋ। ਟੇਰੀ ਯੂਨੀਵਰਸਿਟੀ ਹੈ ਜੀ। ਇਹਨਾਂ ਨੇ ਬੈਕਟੀਰੀਆ ਦਾ ਇੱਕ ਮਿਸ਼ਰਣ ਵਿਕਸਿਤ ਕੀਤਾ ਹੈ। ਬੈਕਟੀਰੀਆ ਦਾ ਇੱਕ ਮਿਸ਼ਰਣ ਜਿਸ ਨੂੰ ਕਹਿੰਦੇ ਜੀ ਆਇਲ ਜੈਪਰਸ। ਇਹ ਕੀ ਕਰਦਾ ਜੀ? ਜਿੱਦਾਂ ਮੰਨ ਲਓ ਕੋਈ ਸਮੁੰਦਰ ਉੱਤੇ ਤੇਲ ਦਾ ਰਿਸਾਵ ਹੋ ਗਿਆ ਜੀ। ਇੱਥੇ ਤੇਲ ਆ, ਇੱਥੇ ਤੁਸੀਂ ਇਹ ਬੈਕਟੀਰੀਆ ਛੱਡ ਦਿਓ ਜੀ, ਅਤੇ ਇਹ ਬੈਕਟੀਰੀਆ ਹੌਲੀ ਹੌਲੀ ਇਹ ਤੇਲ ਨੂੰ ਖਾ ਜਾਂਦੇ ਆ ਅਤੇ ਇਹ ਆਇਲ ਸਪਿਲਸ ਨੂੰ ਸਾਫ਼ ਕਰ ਦਿੰਦੇ ਆ ਜੀ। ਇਹ ਆਇਲ ਜੈਪਰ ਖਾਸ ਤੌਰ 'ਤੇ ਤੇਲ ਨਾਲ ਦੂਸ਼ਿਤ ਸਾਈਟਾਂ ਦੇ ਪ੍ਰਦੂਸ਼ਕਾਂ ਨੂੰ ਪੋਲਿਊਟੈਂਟਸ ਨੂੰ ਘਟਾਉਂਦਾ ਹੈ ਅਤੇ ਪਿੱਛੇ ਕੋਈ ਨੁਕਸਾਨਦੇਹ ਰਹਿੰਦ ਖੂੰਹਦ ਨਹੀਂ ਛੱਡਦਾ। ਓਕੇ, ਇਹ ਗੱਲ ਇੰਪੋਰਟੈਂਟ ਇਸ ਲਈ ਆ ਕਿ ਇਹ ਸਾਡੀ ਆਪਣੀ ਯੂਨੀਵਰਸਿਟੀ ਨੇ ਰਿਸਰਚ ਇੰਸਟੀਚਿਊਟ ਇਹਨਾਂ ਨੇ ਇਹ ਸਾਡੇ ਇੰਡੀਅਨਸ ਦੇ ਸਾਇੰਟਿਸਟ ਨੇ ਡਿਵੈਲਪ ਕੀਤਾ ਜੀ ਇਹ। ਓਕੇ, ਅੱਗੇ ਦੇਖੋ ਜੀ। ਇਹ ਤਕਨੀਕ ਬਹੁਤ ਵਾਤਾਵਰਨ ਅਨੁਕੂਲ ਹੈ ਜੀ, ਐਨਵਾਇਰਨਮੈਂਟ ਫਰੈਂਡਲੀ ਹੈ ਅਤੇ ਇਸ ਦਾ ਖਰਚਾ ਵੀ ਲਾਗਤ ਵੀ ਬਹੁਤਾ ਜ਼ਿਆਦਾ ਨਹੀਂ ਹੈ। ਠੀਕ, ਅੱਗੇ ਹੈ ਜੀ ਫਾਈਟੋ ਰੀਮੀਡੀਏਸ਼ਨ ਕਰਨਾ ਜੀ। ਕਿਸ ਤਰ੍ਹਾਂ? ਫਾਈਟੋ ਮਤਲਬ ਪੌਦਿਆਂ ਦਾ ਪ੍ਰਯੋਗ ਕਰਕੇ। ਇੱਥੇ ਮਿੱਟੀ ਅਤੇ ਪਾਣੀ ਵਿੱਚੋਂ ਗੰਦਗੀ ਨੂੰ ਹਟਾਉਣ ਲਈ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ, ਫਾਈਟੋ ਰੀਮੀਡੀਏਸ਼ਨ ਦੀਆਂ ਕੁਝ ਕਿਸਮਾਂ ਇੰਝ ਹਨ ਜੀ, ਦੇਖ ਲੈਂਦੇ ਹਾਂ। ਫਾਈਟੋ ਐਕਸਟ੍ਰੈਕਸ਼ਨ ਭਾਵ ਸੋਖ ਲੈਣਾ, ਪੌਦੇ ਦੁਆਰਾ ਸੋਖ ਲੈਣਾ। ਫਾਈਟੋ ਅਕਮੂਲੇਸ਼ਨ ਜਾਂ ਸੋਖ ਕੇ ਆਪਣੇ ਅੰਦਰ ਜਮ੍ਹਾਂ ਕਰ ਲੈਣਾ। ਇਸ ਪ੍ਰਕਿਰਿਆ ਵਿੱਚ ਜਿਹੜੇ ਪੋਲਿਊਟੈਂਟ ਆ, ਪ੍ਰਦੂਸ਼ਕ ਆ, ਉਹ ਪੌਦਿਆਂ ਦੀਆਂ ਜੜ੍ਹਾਂ, ਟਾਹਣੀਆਂ ਜਾਂ ਪੱਤਿਆਂ ਵਿੱਚ ਇਕੱਠੇ ਹੋ ਜਾਂਦੇ ਆ। ਠੀਕ, ਫਾਈਟੋ ਟਰਾਂਸਫਾਰਮੇਸ਼ਨ ਪੌਦਿਆਂ ਨੇ ਪ੍ਰਦੂਸ਼ਕਾਂ ਨੂੰ ਟਰਾਂਸਫਾਰਮ ਕਰਤਾ, ਅਜਿਹੀ ਫਾਰਮ ਵਿੱਚ ਟਰਾਂਸਫਾਰਮ ਕਰਤਾ ਜੋ ਕਿ ਸਾਡੇ ਲਈ ਘੱਟ ਘਾਤਕ ਆ, ਜਾਂ ਫਾਈਟੋ ਡੀਗ੍ਰੇਡੇਸ਼ਨ ਤੋੜ ਦਿੱਤਾ ਜੀ ਉਹਨੂੰ। ਇੱਥੇ ਪੌਦੇ ਮਿੱਟੀ ਜਾਂ ਪਾਣੀ ਤੋਂ ਪੋਲਿਊਟੈਂਟਸ ਨੂੰ ਲੈਂਦੇ ਹਨ ਅਤੇ ਉਹਨਾਂ ਨੂੰ ਘੱਟ ਜ਼ਹਿਰੀਲੇ, ਘੱਟ ਮੋਬਾਈਲ ਮਤਲਬ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾਂਦੇ, ਇੱਕ ਥਾਂ ਹੀ ਟਿਕ ਜਾਂਦੇ ਆ ਅਤੇ ਬਥੇਰੇ ਸਥਿਰ ਰੂਪ ਵਿੱਚ ਬਦਲ ਦਿੰਦੇ ਹਨ। ਓਕੇ, ਅੱਗੇ ਹੈ ਜੀ ਫਾਈਟੋ ਸਟੇਬਲਾਈਜ਼ ਕਰਤਾ ਜੀ। ਇਸ ਤਕਨੀਕ ਵਿੱਚ ਜਿਹੜੇ ਪੌਦੇ ਆ ਉਹ ਪ੍ਰਦੂਸ਼ਿਤ ਮਿੱਟੀ ਦੀ ਮੋਬਿਲਿਟੀ ਨੂੰ ਘਟਾਉਂਦੇ ਹਨ, ਉੱਥੇ ਹੀ ਕੈਦ ਕਰ ਦਿੰਦੇ ਪੋਲਿਊਟੈਂਟ ਨੂੰ। ਪ੍ਰਦੂਸ਼ਕ ਪੌਦੇ ਵਿੱਚ ਅਬਜ਼ੌਰਬ ਹੋ ਜਾਂਦੇ ਹਨ ਅਤੇ ਉੱਥੇ ਇਹ ਕੈਦ ਹੋ ਜਾਂਦੇ ਹਨ। ਇੱਥੋਂ ਪ੍ਰਦੂਸ਼ਕ ਦੁਬਾਰਾ ਵਾਤਾਵਰਨ ਵਿੱਚ ਦਾਖਲ ਨਹੀਂ ਹੁੰਦੇ ਜੀ। ਠੀਕ ਹੈ ਜੀ, ਇਹ ਗੱਲਾਂ ਤੁਸੀਂ ਪੜ੍ਹ ਲੈਣੀਆਂ। ਹੁਣ ਗੱਲ ਆਉਂਦੀ ਹੈ ਜੀ, ਇਹ ਬਾਇਓ ਰੀਮੀਡੀਏਸ਼ਨ ਜਿਹੜੀਆਂ ਤਕਨੀਕਾਂ ਆ, ਸੂਖਸ਼ਮ ਜੀਵਾਂ ਦੁਆਰਾ ਕਿਸੇ ਪ੍ਰਦੂਸ਼ਣ ਨੂੰ ਸਹੀ ਕਰਨਾ, ਇਹ ਤਕਨੀਕਾਂ ਇਹਨਾਂ ਦੀਆਂ ਕਈ ਸੀਮਾਵਾਂ, ਲਿਮਿਟੇਸ਼ਨਸ ਜਾਂ ਕਮੀਆਂ ਹਨ। ਉਹ ਕੀ ਹੈ ਜੀ? ਪਹਿਲੀ ਤਾਂ ਗੱਲ ਹੈ ਕਿ ਇਹ ਪ੍ਰਕਿਰਿਆ ਬਾਇਓਡੀਗ੍ਰੇਡੇਬਲ, ਜਿਹੜੇ ਮਿਸ਼ਰਣ, ਜਿਹੜਾ ਵੇਸਟ ਬਾਇਓਡੀਗ੍ਰੇਡੇਬਲ ਹੋਵੇ ਉਹਨੂੰ ਹੀ ਤੋੜਦਾ ਆ। ਕਈ ਗੰਦਗੀਆਂ ਕੈਮੀਕਲੀ ਟੁੱਟ ਸਕਦੀਆਂ ਜੀ, ਉਹ ਸੂਖਸ਼ਮ ਜੀਵਾਂ ਦੁਆਰਾ ਨਹੀਂ ਟੁੱਟ ਸਕਦੀ। ਇਸ ਕਰਕੇ ਇਹ ਪ੍ਰਕਿਰਿਆ ਸਿਰਫ ਬਾਇਓਡੀਗ੍ਰੇਡੇਬਲ ਵੇਸਟ ਤੱਕ ਸੀਮਿਤ ਹੈ। ਇੱਕ ਗੱਲ, ਜੀਵ ਵਿਗਿਆਨਿਕ ਪ੍ਰਕਿਰਿਆਵਾਂ ਵਿੱਚ ਖਾਸ ਸੂਖਮ ਜੀਵ ਖਾਸ ਪ੍ਰਦੂਸ਼ਕਾਂ ਨੂੰ ਹੀ ਡੀਗ੍ਰੇਡ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ। ਆ ਦੇਖੋ ਜੀ, ਆਹ ਕੋਈ ਗੰਦਗੀ ਦਾ ਢੇਰ ਆ ਜੀ। ਠੀਕ, ਇਹਦੇ ਵਿੱਚ ਖਾਸ ਪ੍ਰਕਾਰ ਦੀ ਗੰਦਗੀ ਲਈ ਖਾਸ ਪ੍ਰਕਾਰ ਦੇ ਸੂਖਸ਼ਮ ਜੀਵ ਚਾਹੀਦੇ ਹੁੰਦੇ ਆ, ਉਹਨੂੰ ਡੀਗ੍ਰੇਡ ਕਰਨ ਲਈ, ਉਹਨੂੰ ਤੋੜਨ ਲਈ, ਉਹਨੂੰ ਸਾੜਨ ਲਈ। ਤੇ ਹੁਣ ਲੱਭੋ ਜੀ, ਕਿਸ ਤਰ੍ਹਾਂ ਦੇ ਰਹਿੰਦ ਖੂੰਹਦ ਨੂੰ, ਕਿਸ ਤਰ੍ਹਾਂ ਦੀ ਗੰਦਗੀ ਲਈ ਕਿਸ ਤਰ੍ਹਾਂ ਦੇ ਸੂਖਸ਼ਮ ਜੀਵ ਚਾਹੀਦੇ ਆ। ਇਹ ਲੱਭਣਾ ਆਪਣੇ ਆਪ ਵਿੱਚ ਇੱਕ ਬਹੁਤ ਮੁਸ਼ਕਿਲ ਕੰਮ ਹੈ ਜੀ, ਬਹੁਤ ਮੁਸ਼ਕਿਲ ਕੰਮ ਹੈ। ਇਸ ਲਈ ਉਸ ਖਾਸ ਸੂਖਮ ਜੀਵ ਨੂੰ ਚੁਣਨਾ ਜਾਂ ਲੱਭਣਾ ਇੱਕ ਮੁਸ਼ਕਿਲ ਕੰਮ ਹੈ। ਠੀਕ, ਤੇ ਦੂਸਰੀ ਗੱਲ ਆ ਕਿ ਅਸੀਂ ਜਦੋਂ ਕੋਈ ਗੱਲ ਕਹਿੰਦੇ ਆ ਕਿ ਫਲਾਨਾ ਸੂਖਸ਼ਮ ਜੀਵ ਫਲਾਨੇ ਕੂੜੇ ਨੂੰ ਖਾ ਸਕਦਾ ਆ, ਇਹ ਗੱਲਾਂ ਹੁੰਦੀਆਂ ਜੀ ਲੈਬ ਬੇਸ ਤੇ ਕੁਝ ਖਾਸ ਏਰੀਏ ਤੇ ਕੀਤੇ ਐਕਸਪੈਰੀਮੈਂਟ ਦੇ ਬੇਸ ਤੇ। ਲੈਬ ਪ੍ਰਯੋਗਾਂ ਜਾਂ ਪਾਇਲਟ ਪੈਮਾਨੇ ਦੇ ਅਧਿਐਨ ਜਿਹੜੇ ਅਸੀਂ ਕੀਤੇ ਆ, ਇਹਨਾਂ ਨੂੰ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਲਾਗੂ ਕਰਾਂਗੇ, ਸੱਚੀ ਖੇਤ ਵਿੱਚ ਲਾਗੂ ਕਰਾਂਗੇ, ਤਾਂ ਜ਼ਰੂਰੀ ਨਹੀਂ ਉਸੇ ਹਿਸਾਬ ਦੇ ਰਿਜ਼ਲਟ ਹੀ ਆਉਣ। ਲੈਬ ਪ੍ਰਯੋਗਾਂ, ਲੈਬ ਐਕਸਪੈਰੀਮੈਂਟਸ ਜਾਂ ਪਾਇਲਟ ਸਕੇਲ ਤੇ ਜਿਹੜੇ ਤੁਸੀਂ ਰਿਸਰਚ ਕੀਤੀ ਆ, ਅਧਿਐਨ ਕੀਤੀ ਆ, ਇਹਨਾਂ ਦੇ ਨਤੀਜਿਆਂ ਨੂੰ ਪੂਰੇ ਪੈਮਾਨੇ ਤੇ ਫੀਲਡ ਆਪਰੇਸ਼ਨਾਂ ਲਈ ਲਾਗੂ ਕਰਨਾ ਮੁਸ਼ਕਿਲ ਹੁੰਦਾ ਹੈ। ਪੂਰੇ ਫੀਲਡ ਆਪਰੇਸ਼ਨਾਂ ਤੇ ਲਾਗੂ ਕਰਦੇ ਸਮੇਂ
ਅਸੀਂ ਲੈਬ ਵਾਲੇ ਨਤੀਜਿਆਂ ਦੀ ਉਮੀਦ ਨਹੀਂ ਕਰ ਸਕਦੇ। ਇਹ ਗੱਲ ਹੋ ਗਈ। ਅਕਸਰ ਬਾਇਓ ਰੀਮੀਡੀਏਸ਼ਨ ਪ੍ਰਕਿਰਿਆ ਹੋਰ ਉਪਲਬਧ ਇਲਾਜ ਪ੍ਰਕਿਰਿਆਵਾਂ ਨਾਲੋਂ ਜ਼ਿਆਦਾ ਸਮਾਂ ਲੈਂਦੀ ਹੈ। ਇਹ ਤਕਨੀਕ ਟਾਈਮ ਕੰਜ਼ਿਊਮਿੰਗ ਆ। ਇਹ ਗੱਲਾਂ ਹੋ ਗਈਆਂ, ਠੀਕ ਹੈ ਜੀ। ਇੱਥੇ ਤੱਕ ਆਪਾਂ ਕੁਝ ਪੋਲੂਸ਼ਨ ਵਗੈਰਾ ਪੜ੍ਹ ਲਏ ਜੀ। ਓਕੇ, ਹੁਣ ਇੱਕ ਟੌਪਿਕ ਆ ਜੀ, ਸਪਲੀਮੈਂਟਰੀ ਟੌਪਿਕ ਆ, ਓਜ਼ੋਨ ਡਿਪਲੀਸ਼ਨ। ਓਜ਼ੋਨ ਡਿਪਲੀਸ਼ਨ ਕੀ ਹੁੰਦੀ ਹੈ ਜੀ? ਓਜ਼ੋਨ ਦੀ ਕਮੀ ਜਾਂ ਓਜ਼ੋਨ ਦਾ ਘਟਣਾ। ਆ ਦੇਖੋ ਜੀ, ਇਹ ਗੱਲਾਂ ਅਸੀਂ ਪਹਿਲਾਂ ਵੀ ਕੀਤੀਆਂ। ਜਿੱਦਾਂ ਮੰਨ ਲਓ ਆ ਧਰਤੀ ਆ, ਧਰਤੀ ਦੀ ਪਹਿਲੀ ਲੇਅਰ ਕਿਹੜੀ ਹੋ ਗਈ ਐਟਮੋਸਫੀਅਰ ਦੀ ਉੱਤੇ? ਟ੍ਰੋਪੋਸਫੀਅਰ। ਓਕੇ, ਇਸ ਤੋਂ ਉੱਤੇ ਹੁੰਦੀ ਹੈ ਜੀ ਸਟ੍ਰੈਟੋਸਫੀਅਰ। ਸਟ੍ਰੈਟੋਸਫੀਅਰ ਵਿੱਚ ਓਜ਼ੋਨ ਹੁੰਦੀ ਹੈ ਜੀ। ਓਜ਼ੋਨ ਮਤਲਬ O3 ਓਜ਼ੋਨ ਹੁੰਦੀ ਆ। ਇਹ ਓਜ਼ੋਨ ਸੂਰਜ ਤੋਂ ਆਉਣ ਵਾਲੀਆਂ ਪਰਾ ਵੈਂਗਣੀ ਕਿਰਨਾਂ ਤੋਂ ਸਾਡੀ ਪ੍ਰੋਟੈਕਸ਼ਨ ਕਰਦੀ ਆ। ਉਹ ਕਿਰਨਾਂ ਨੂੰ ਅਬਜ਼ੌਰਬ ਕਰ ਲੈਂਦੀ ਆ। ਓਕੇ ਜੀ, ਪਰ ਹੋ ਕੀ ਰਿਹਾ ਆ ਅੱਜ ਕੱਲ੍ਹ ਧਰਤੀ 'ਤੇ ਇਨਸਾਨਾਂ ਦੁਆਰਾ ਕੁਝ ਇਸ ਤਰ੍ਹਾਂ ਦੇ ਕੈਮੀਕਲ ਪ੍ਰੋਡਿਊਸ ਕੀਤੇ ਜਾ ਰਹੇ ਆ ਜਿਹੜੇ ਇਸ ਓਜ਼ੋਨ ਨੂੰ ਡਿਸਟਰੋਏ ਕਰਦੇ ਪਏ ਆ। ਉਹਨੂੰ ਕਹਿੰਦੇ ਜੀ ਓਜ਼ੋਨ ਡਿਪਲੀਸ਼ਨ। ਹੇਠਲੀ ਪਰਤ ਵਿੱਚ ਯਾਨੀ ਟ੍ਰੋਪੋਸਫੀਅਰ ਵਿੱਚ ਓਜ਼ੋਨ ਇੱਕ ਪ੍ਰਦੂਸ਼ਕ ਹੈ, ਆਪਾਂ ਪੜ੍ਹਿਆ, ਅਤੇ ਇਹ ਸਮੋਗ ਦੇ ਗਠਨ ਵਿੱਚ ਮਦਦ ਕਰਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੈ। ਪਰ ਸਟ੍ਰੈਟੋਸਫੀਅਰ ਵਿੱਚ, ਭਾਵ ਧਰਤੀ ਦੀ ਸਤ੍ਹਾ ਤੋਂ ਲਗਭਗ 25 ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਉਚਾਈ 'ਤੇ ਜਿਹੜੀ ਓਜ਼ੋਨ ਆ ਉਹ ਸਾਡੇ ਲਈ ਵਧੀਆ ਆ, ਉਹ ਸਾਡੇ ਲਈ ਚੰਗੀ ਆ। ਇਹ ਓਜ਼ੋਨ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਹਾਰਮਫੁਲ ਅਲਟਰਾਵਾਇਲਟ ਰੇਜ਼ UV ਜਾਂ ਪਰਾਂ ਪੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ ਅਤੇ ਇਸ ਨੂੰ ਧਰਤੀ ਦੀ ਸਤ੍ਹਾ ਤੱਕ ਪਹੁੰਚਣ ਤੋਂ ਰੋਕਦੀ ਹੈ ਜੀ, ਸਾਨੂੰ ਬਚਾ ਲੈਂਦੀ ਹੈ। ਤੇ ਇਹ ਅਲਟਰਾਵਾਇਲਟ ਜਾਂ ਪਰਾਂ ਪੈਂਗਣੀ ਕਿਰਨਾਂ ਦੇ ਸਾਡੇ ਉੱਤੇ ਕੀ ਪ੍ਰਭਾਵ ਹੁੰਦੇ ਆ ਆਪਾਂ ਪੜ੍ਹ ਲੈਂਦੇ ਹਾਂ ਜੀ। ਦੇਖੋ, ਜਾਨਵਰਾਂ ਅਤੇ ਪੌਦਿਆਂ ਦੇ ਸੈੱਲਾਂ ਦੇ ਜੈਨੇਟਿਕ ਪਦਾਰਥ DNA, ਸਾਡੇ ਸੈੱਲਾਂ ਵਿੱਚ, ਬਾਡੀ ਦੇ ਸੈੱਲ ਦੇ ਨਿਊਕਲੀਅਸ ਵਿੱਚ DNA ਹੁੰਦਾ ਜੀ। ਇਹ ਹੁੰਦਾ ਜੀ ਜੈਨੇਟਿਕ ਪਦਾਰਥ, ਭਾਵ ਇਹ ਸਾਡੇ ਜਿਹੜੇ ਜੀਨ ਹੁੰਦੇ ਨਾ, ਜੀਨ ਮਤਲਬ ਇੱਦਾਂ ਦੀ ਚੀਜ਼ਾਂ ਜਿਹੜੀਆਂ ਸਾਡੀਆਂ ਪ੍ਰੋਪਰਟੀਆਂ ਡਿਸਾਈਡ ਕਰਦੀਆਂ। ਸਾਡੀਆਂ ਅੱਖਾਂ ਦਾ ਰੰਗ ਕਿਸ ਤਰ੍ਹਾਂ ਹੋਊਗਾ, ਸਾਡੀ ਚਮੜੀ ਦਾ ਰੰਗ ਕਿਸ ਤਰ੍ਹਾਂ ਦਾ ਹੋਊਗਾ, ਸਾਡੇ ਬਾਲਾਂ ਦਾ ਰੰਗ ਕਿਸ ਤਰ੍ਹਾਂ ਦਾ ਹੋਊਗਾ, ਸਾਡੀ ਹਾਈਟ ਕਿੰਨੀ ਕੁ ਹੋਏਗੀ। ਇਹ ਜੀਨ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਵਿੱਚ ਜਾਂਦੇ ਆ। ਪਰ ਜੇ UV ਕਿਰਨਾਂ ਪੈ ਜਾਣ ਤਾਂ ਸਾਡੇ ਸਰੀਰ ਦੇ ਅੰਦਰ ਜਿਹੜੇ ਸੈੱਲ ਆ, ਸੈੱਲਾਂ ਦੇ ਅੰਦਰ ਜਿਹੜੇ ਜੈਨੇਟਿਕ ਪਦਾਰਥ ਆ DNA, ਉਹਨੂੰ ਨੁਕਸਾਨ ਪਹੁੰਚਦਾ ਹੈ ਜੀ। ਕਈ ਪ੍ਰਕਾਰ ਦੀਆਂ ਐਡਵਰਸ ਚੇਂਜਸ, ਬੇਲੋੜੀਆਂ ਘਾਤਕ ਚੇਂਜਸ, ਬਦਲਾਅ ਆ ਜਾਂਦੇ ਆ ਜੀ। ਚਮੜੀ ਦਾ ਕੈਂਸਰ ਹੋ ਸਕਦਾ ਜੀ, ਸਮੇਂ ਤੋਂ ਪਹਿਲਾਂ ਬੁਢਾਪਾ ਹੋ ਸਕਦਾ ਅਤੇ ਚਮੜੀ ਨੂੰ ਹੋਰ ਕਿਸਮ ਦੇ ਕਈ ਨੁਕਸਾਨ ਹੋ ਸਕਦੇ ਆ। ਮੋਤੀਆਬਿੰਦ ਕੈਟਰੈਕਟ ਹੋ ਸਕਦਾ ਜੀ, ਅੱਖਾਂ ਦੇ ਹੋਰ ਕਈ ਨੁਕਸਾਨ ਹੋ ਸਕਦੇ ਆ। ਸਾਡਾ ਇਮਿਊਨ ਸਿਸਟਮ, ਕਈ ਪ੍ਰਕਾਰ ਦੇ ਰੋਗਾਂ ਨਾਲ ਲੜਨ ਦੀ ਸਾਡੀ ਜਿਹੜੀ ਖਮਤਾ ਹੁੰਦੀ ਹੈ ਨਾ, ਇਮਿਊਨ ਸਿਸਟਮ, ਇਮਿਊਨ ਪਾਵਰ, ਉਹਦਾ ਵੀ ਦਮਨ ਹੁੰਦਾ ਜੀ ਇਹ ਕਿਰਨਾਂ ਨਾਲ। ਓਕੇ ਜੀ, ਥੋੜਾ ਹੋਰ ਮੈਟਰ ਪੜ੍ਹਦੇ ਹਾਂ ਜੀ। ਓਜ਼ੋਨ ਦੀ ਕਮੀ ਕਿਉਂ ਹੋ ਰਹੀ ਹੈ ਜੀ? ਓਜ਼ੋਨ ਡਿਪਲੀਸ਼ਨ ਕਿਉਂ ਹੋ ਰਿਹਾ? ਇਹਦੇ ਬਾਰੇ ਥੋੜਾ ਪੜ੍ਹਦੇ ਹਾਂ ਜੀ। Britannica.com ਤੋਂ ਮੈਂ ਮੈਟਰ ਲਿਆ। ਓਜ਼ੋਨ ਦੀ ਕਮੀ ਇੰਡਸਟਰੀ, ਉਦਯੋਗ ਅਤੇ ਹੋਰ ਮਨੁੱਖੀ ਗਤੀਵਿਧੀਆਂ, ਹਿਊਮਨ ਐਕਟੀਵਿਟੀ ਕਾਰਨ ਗੈਸੀ ਕਲੋਰੀਨ ਜਾਂ ਬ੍ਰੋਮੀਨ, ਕਈ ਪ੍ਰਕਾਰ ਦੀਆਂ ਗੈਸਾਂ ਨਿਕਲਦੀਆਂ ਪਈਆਂ ਜੀ। ਉਹਨਾਂ ਵਿੱਚ ਕਲੋਰੀਨ, ਬ੍ਰੋਮੀਨ ਵਗੈਰਾ ਹੁੰਦੇ ਆ, ਤੇ ਇਹ ਕਲੋਰੀਨ, ਬ੍ਰੋਮੀਨ ਸਾਡੀ ਓਜ਼ੋਨ ਨੂੰ ਤਬਾਹ ਕਰਦੇ ਆ। ਤੇ ਕਿੱਥੋਂ ਆਉਂਦੇ ਇਹ ਕਲੋਰੀਨ ਤੇ ਬ੍ਰੋਮੀਨ ਵਗੈਰਾ? ਕਈ ਪ੍ਰਕਾਰ ਦੀਆਂ ਗੈਸਾਂ ਨਿਕਲਦੀਆਂ, ਕਈ ਪ੍ਰਕਾਰ ਦੀ ਮਨੁੱਖੀ ਗਤੀਵਿਧੀਆਂ ਤੋਂ, ਉਦਯੋਗ ਤੋਂ, ਇੰਡਸਟਰੀ ਤੋਂ। ਇਹ ਕਲੋਰੀਨ ਜਾਂ ਬ੍ਰੋਮੀਨ ਵਾਲੇ ਰਸਾਇਣਿਕ ਮਿਸ਼ਰਣਾਂ ਦੀ ਰਿਹਾਈ ਦੇ ਕਾਰਨ ਇਹ ਗੈਸਾਂ ਨਿਕਲਦੀਆਂ ਜੀ, ਤੇ ਉੱਪਰ ਜਾ ਕੇ ਇਹ ਸਟ੍ਰੈਟੋਸਫੀਅਰ ਵਿੱਚ ਓਜ਼ੋਨ ਦੀ ਪਰਤ ਨੂੰ ਹੌਲੀ ਹੌਲੀ ਖੋਰਦੀਆਂ ਜੀ, ਉਹਨੂੰ ਘਟਾਉਂਦੀਆਂ ਜੀ, ਉਹਦਾ ਨੁਕਸਾਨ ਕਰਦੀਆਂ। ਠੀਕ ਹੈ ਜੀ। ਪਤਲਾ ਹੋਣਾ ਇਹ ਧਰੂਵੀ ਖੇਤਰਾਂ ਵਿੱਚ, ਖਾਸ ਕਰਕੇ ਅੰਟਾਰਕਟਿਕਾ ਵਿੱਚ ਸਭ ਤੋਂ ਵੱਧ ਹੁੰਦਾ ਹੈ ਜੀ। ਦੇਖੋ, ਫਿਰ ਆਪਾਂ ਗੱਲ ਆਈ ਹੈ ਜੀ, ਆਹ ਧਰਤੀ ਹੈ ਜੀ, ਹੈ ਨਾ। ਧਰਤੀ ਦੇ ਬਿਲਕੁਲ ਉੱਪਰ ਕੀ ਹੈ ਜੀ? ਇੱਥੇ ਧਰੁਵ ਆ ਜੀ, ਧਰੁਵ। ਇਹਨੂੰ ਕਹਿੰਦੇ ਜੀ ਆਰਕਟਿਕ ਰੀਜਨ। ਜਿਹੜਾ ਆਹ ਥੱਲੇ ਵਾਲਾ ਏਰੀਆ ਆ ਇਹਨੂੰ ਕਹਿੰਦੇ ਜੀ ਅੰਟਾਰਕਟਿਕਾ ਰੀਜਨ। ਤੇ ਓਜ਼ੋਨ ਦੀ ਜਿਹੜੀ ਕਮੀ ਹੈ ਨਾ, ਉਹ ਇਹ ਧਰੁਵਾਂ 'ਤੇ ਜ਼ਿਆਦਾ ਹੁੰਦੀ ਹੈ ਜੀ, ਧਰੁਵਾਂ 'ਤੇ ਜ਼ਿਆਦਾ ਹੁੰਦੀ ਹੈ। ਤੇ ਧਰੁਵਾਂ ਵਿੱਚ ਵੀ ਆਹ ਜਿਹੜਾ ਥੱਲੇ ਵਾਲਾ ਨਾ ਅੰਟਾਰਕਟਿਕਾ, ਇੱਥੇ ਜ਼ਿਆਦਾ ਹੁੰਦੀ ਆ। ਅੱਗੇ ਅਸੀਂ ਪੜ੍ਹਾਂਗੇ ਵੀ ਧਰੁਵਾਂ 'ਤੇ ਜ਼ਿਆਦਾ ਕਿਉਂ ਹੁੰਦੀ ਆ ਤੇ ਅੰਟਾਰਕਟਿਕਾ 'ਤੇ ਜ਼ਿਆਦਾ ਕਿਉਂ ਹੁੰਦੀ ਹੈ। ਹੁਣ ਜਦੋਂ ਦੇਖਿਆ ਗਿਆ ਕਿ ਧਰਤੀ ਦੇ ਉੱਤੇ ਸਟ੍ਰੈਟੋਸਫੀਅਰ ਤਬਾਹ ਹੋ ਰਹੀ ਆ, ਸਟ੍ਰੈਟੋਸਫੀਅਰ ਵਿੱਚ ਓਜ਼ੋਨ ਤਬਾਹ ਹੋ ਰਹੀ ਆ, ਤੇ ਓਜ਼ੋਨ ਵਿੱਚ ਇੱਕ ਹੋਲ, ਇੱਕ ਆਪਣੇ ਆਪ ਮੰਗੋੜਾ ਜਿਹਾ
ਬਣ ਗਿਆ ਜੀ। ਤੇ ਫਿਰ ਨਾ ਕਈ ਦੇਸ਼ਾਂ ਨੇ ਮਿਲ ਕੇ ਮੀਟਿੰਗਾਂ ਕੀਤੀਆਂ ਤੇ ਮੀਟਿੰਗਾਂ ਕਰਕੇ ਇੱਕ ਪ੍ਰੋਟੋਕੋਲ ਸਾਈਨ ਕੀਤਾ। ਉਹਨੂੰ ਕਹਿੰਦੇ ਜੀ ਮੌਂਟਰੀਅਲ ਪ੍ਰੋਟੋਕੋਲ। ਮੌਂਟਰੀਅਲ ਪ੍ਰੋਟੋਕੋਲ ਕਿਹਦੇ ਨਾਲ ਸੰਬੰਧਿਤ ਆ? ਓਜ਼ੋਨ ਨਾਲ ਸੰਬੰਧਿਤ ਆ। ਵੀ ਅਸੀਂ ਮਿਲ ਕੇ ਇੱਦਾਂ ਦੇ ਉਪਰਾਲੇ ਕਰਦੇ ਹਾਂ ਕਿ ਜਿਹੜੇ ਕੈਮੀਕਲ ਓਜ਼ੋਨ ਨੂੰ ਡਿਪਲੀਟ ਕਰਦੇ ਆ ਉਹਨਾਂ ਨੂੰ ਅਸੀਂ ਬੜਾਵਾ ਨਹੀਂ ਦੇਣਾ, ਉਹਨਾਂ ਉੱਤੇ ਰੋਕ ਲਾਉਣੀ ਆ। ਮੌਂਟਰੀਅਲ ਪ੍ਰੋਟੋਕੋਲ 1987 ਵਿੱਚ ਪ੍ਰਮਾਣਿਤ ਜਾਂ ਰੈਟੀਫਾਈ ਹੋਈ ਸੀ। ਭਾਵ ਕਈ ਦੇਸ਼ਾਂ ਨੇ ਇਹਨੂੰ ਮਿਲ ਕੇ ਸਾਈਨ ਕਰਤਾ ਸੀ ਤੇ ਤਸਦੀਕ ਵੀ ਕਰਤੀ ਵੀ ਅਸੀਂ ਲਾਗੂ ਕਰਾਂਗੇ ਜੀ ਇਸ ਪ੍ਰੋਟੋਕੋਲ ਨੂੰ। ਇਹ ਓਜ਼ੋਨ ਨੂੰ ਖਤਮ ਕਰਨ ਵਾਲੇ ਰਸਾਇਣਾਂ ਦੇ ਉਤਪਾਦਨ, ਜਨਰੇਸ਼ਨ ਅਤੇ ਵਰਤੋਂ ਯੂਜ਼ ਨੂੰ ਰੋਕਣ ਲਈ ਲਾਗੂ ਕੀਤੇ ਗਏ ਕਈ ਵਿਆਪਕ ਅੰਤਰਰਾਸ਼ਟਰੀ ਸਮਝੌਤਿਆਂ ਵਿੱਚੋਂ ਪਹਿਲਾ ਸੀ ਜੀ। ਸ਼ੁਰੂਆਤ ਦੇ ਜਿਹੜੇ ਐਫਰਟ ਹੋਏ ਨਾ ਉਹਨਾਂ ਵਿੱਚੋਂ ਇੱਕ ਮੇਨ ਐਫਰਟ ਸੀ ਜੀ, ਮੇਨ ਗੱਲ ਸੀ ਜੀ ਮੌਂਟਰੀਅਲ ਪ੍ਰੋਟੋਕੋਲ ਦਾ ਸਾਈਨ ਹੋਣਾ। ਇਸ ਮੁੱਦੇ ਤੇ ਲਗਾਤਾਰ ਅੰਤਰਰਾਸ਼ਟਰੀ ਸਹਿਯੋਗ ਦੇ ਨਤੀਜੇ ਵਜੋਂ ਓਜ਼ੋਨ ਪਰਤ ਦੇ ਸਮੇਂ ਦੇ ਨਾਲ ਠੀਕ ਹੋਣ ਦੀ ਉਮੀਦ ਹੈ। ਉਮੀਦ ਕਿ ਅਸਲੀਅਤ ਵਿੱਚ ਇਹ ਦੇਖਿਆ ਗਿਆ ਕਿ ਮੌਂਟਰੀਅਲ ਪ੍ਰੋਟੋਕੋਲ ਸਾਈਨ ਹੋਇਆ, ਹੋਰ ਗੱਲਾਂ ਬਾਤਾਂ ਇੰਟਰਨੈਸ਼ਨਲ ਲੈਵਲ ਤੇ ਹੋਈਆਂ, ਉਪਰਾਲੇ ਲਏ ਗਏ ਜੀ ਕਿ ਓਜ਼ੋਨ ਨੂੰ ਖਤਮ ਕਰਨ ਵਾਲੇ ਰਸਾਇਣਾਂ ਦਾ ਪ੍ਰੋਡਕਸ਼ਨ ਤੇ ਵਰਤੋਂ ਇਹਨਾਂ ਉੱਤੇ ਰੋਕ ਲਾਉਣੀ ਆ। ਤੇ ਹੁਣ ਇਹ ਪਾਇਆ ਗਿਆ ਆ ਕਿ ਸਹੀ ਗੱਲ ਆ ਜੀ, ਓਜ਼ੋਨ ਬਚ ਗਈ ਆ, ਸਗੋਂ ਓਜ਼ੋਨ ਨੇ ਆਪਣੇ ਆਪ ਨੂੰ ਦੁਬਾਰਾ ਕਾਫੀ ਬਣਾ ਲਿਆ ਆ। ਜਿਹੜੀ ਓਜ਼ੋਨ ਹੋਲ ਦੇਖੀ ਗਈ ਸੀ ਸਟ੍ਰੈਟੋਸਫੀਅਰ ਵਿੱਚ, ਓਜ਼ੋਨ ਦੀ ਕਿੰਨੀ ਕਮੀ ਹੋ ਗਈ ਸੀ, ਕਹਿੰਦੇ ਉਹ ਘਟ ਗਈ ਆ ਹੁਣ। ਵਾਸਤਵ ਵਿੱਚ ਵੱਖ-ਵੱਖ ਰਿਪੋਰਟਾਂ ਸ਼ਾਨਦਾਰ ਨਤੀਜੇ ਦਿਖਾਉਂਦੀਆਂ ਹਨ। ਭਾਵ ਓਜ਼ੋਨ ਪਰਤ ਦੀ ਹਾਲਤ ਕਾਫੀ ਹੁਣ ਸੁਧਰ ਗਈ ਹੈ ਕਿਉਂਕਿ ਵਰਲਡ ਲੈਵਲ ਤੇ ਕਾਫੀ ਐਫਰਟ ਹੋਏ ਆ। ਓਜ਼ੋਨ ਨੂੰ ਖਤਮ ਕਰਨ ਵਾਲੇ ਵੱਖ-ਵੱਖ ਪਦਾਰਥਾਂ ਵਿੱਚ ਸ਼ਾਮਿਲ ਹਨ। ਦੇਖੋ ਜੀ ਕਿਹੜੇ ਪਦਾਰਥ ਓਜ਼ੋਨ ਨੂੰ ਖਤਮ ਕਰਦੇ ਆ। ਕਲੋਰੋਫਲੋਰੋਕਾਰਬਨ, ਕਾਰਬਨ ਜਿਹਦੇ ਵਿੱਚ ਕਲੋਰੀਨ ਵੀ ਹੋਵੇ ਤੇ ਫਲੋਰੀਨ ਵੀ ਹੋਵੇ। ਬੇਸਿਕਲੀ ਕਲੋਰੀਨ, ਫਲੋਰੀਨ, ਬ੍ਰੋਮੀਨ ਵਗੈਰਾ ਇਹ ਓਜ਼ੋਨ ਨੂੰ ਤਬਾਹ ਕਰਦੇ ਆ। ਹੈਲੋਨ ਰਸਾਇਣਾਂ ਦਾ ਇੱਕ ਸਮੂਹ ਹੈ ਜੋ ਅੱਗ ਬੁਝਾਉਣ ਲਈ ਵਰਤੇ ਜਾਂਦੇ ਹਨ, ਪਰ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਹਨ। ਹੈਲੋਨਸ। ਕਾਰਬਨ ਟੈਟਰਾਕਲੋਰਾਈਡ, ਕਾਰਬਨ ਦੇ ਨਾਲ 4 ਕਲੋਰੀਨ, ਦੇਖੋ ਇੱਥੇ ਵੀ ਕਲੋਰੀਨ ਆ, ਦੇਖੋ ਧਿਆਨ ਨਾਲ ਕਲੋਰੀਨ ਆ ਦੇਖੋ ਬ੍ਰੋਮੀਨ ਆ, ਹਨਾ, ਫਲੋਰੀਨ ਆ, ਕਲੋਰੀਨ ਆ, ਠੀਕ ਆ, ਕਲੋਰੀਨ ਇੱਥੇ ਹੋ ਗਿਆ ਜੀ। ਇੱਥੇ ਕਲੋਰੋਫਲੋਰੋਕਾਰਬਨ, ਕਲੋਰੀਨ ਆ, ਫਲੋਰੀਨ ਆ, ਮਿਥਾਈਲ ਬ੍ਰੋਮਾਈਡ, ਬ੍ਰੋਮੀਨ ਆ, ਹਨਾ, ਬ੍ਰੋਮੋਕਲੋਰੋਮੀਥੇਨ, ਬ੍ਰੋਮੀਨ ਆ, ਕਲੋਰੀਨ ਆ। ਬੇਸਿਕਲੀ ਫਲੋਰੀਨ, ਬ੍ਰੋਮੀਨ, ਕਲੋਰੀਨ ਇਹਨਾਂ ਦੇ ਕੰਪਾਊਂਡ ਆ ਨਾ ਜਿਹੜੇ, ਉਹਨਾਂ ਵਿੱਚੋਂ ਫਲੋਰੀਨ, ਕਲੋਰੀਨ, ਬ੍ਰੋਮੀਨ ਵਗੈਰਾ ਨਿਕਲਦੇ ਆ ਤੇ ਇਹ ਓਜ਼ੋਨ ਨੂੰ ਤਬਾਹ ਕਰਦੇ ਆ। ਜ਼ਿਆਦਾ ਆਪਾਂ ਡੀਪ ਨਹੀਂ ਜਾਣਾ, ਉੱਤੋਂ ਪੜ੍ਹ ਲੈਂਦੇ ਆ ਜੀ। ਕਾਰਬਨ ਟੈਟਰਾਕਲੋਰਾਈਡ, ਮਿਥਾਈਲ ਕਲੋਰੋਫੋਮ, ਹਾਈਡਰੋਬਰੋਮੋਫਲੋਰੋਕਾਰਬਨ, ਹਾਈਡਰੋਕਲੋਰੋਫਲੋਰੋਕਾਰਬਨ, ਮਿਥਾਈਲ ਬ੍ਰੋਮਾਈਡ, ਬ੍ਰੋਮੋਕਲੋਰੋਮੀਥੇਨ ਵਗੈਰਾ ਇਹ ਸਾਰੇ ਤੁਸੀਂ ਇੱਕ ਵਾਰੀ ਪੜ੍ਹ ਲੈਣੇ, ਬਸ ਯਾਦ ਨਹੀਂ ਕਰਨੇ। ਇੰਨਾ ਯਾਦ ਰੱਖਣਾ ਕਿ ਜਿਨ੍ਹਾਂ ਕੰਪਾਊਂਡਾਂ ਵਿੱਚ ਬ੍ਰੋਮੀਨ ਹੋਵੇ, ਕਲੋਰੀਨ ਹੋਵੇ, ਫਲੋਰੀਨ ਹੋਵੇ, ਇਹ ਫਲੋਰੀਨ, ਬ੍ਰੋਮੀਨ, ਕਲੋਰੀਨ ਰਿਲੀਜ਼ ਕਰਦੇ ਆ ਤੇ ਇਹ ਫਿਰ ਜਾ ਕੇ O3 ਓਜ਼ੋਨ ਨੂੰ ਡਿਸਟਰੋਏ ਕਰਦੇ ਆ। ਓਕੇ ਜੀ। ਇਹਨਾਂ ਰਸਾਇਣਾਂ ਦੇ ਉਤਪਾਦਨ, ਪ੍ਰੋਡਕਸ਼ਨ ਅਤੇ ਇੰਪੋਰਟ, ਆਯਾਤ ਨੂੰ ਮੌਂਟਰੀਅਲ ਪ੍ਰੋਟੋਕੋਲ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਵੀ ਆਹ ਜੋ ਹੈ ਕੈਮੀਕਲ ਹੈ ਇਹਨਾਂ ਨੂੰ ਪ੍ਰੋਡਿਊਸ ਨਹੀਂ ਕਰਨਾ, ਇਹਨਾਂ ਨੂੰ ਇੰਪੋਰਟ ਨਹੀਂ ਕਰਨਾ। ਓਜ਼ੋਨ ਨੂੰ ਖਤਮ ਕਰਨ ਵਾਲੇ ਹੋਰ ਪਦਾਰਥ ਵੀ ਹਨ, ਪਰ ਉਹਨਾਂ ਦੇ ਓਜ਼ੋਨ ਨੂੰ ਖਤਮ ਕਰਨ ਵਾਲੇ ਪ੍ਰਭਾਵ ਬਹੁਤ ਘੱਟ ਹਨ, ਇਸ ਲਈ ਉਹਨਾਂ ਨੂੰ ਮੌਂਟਰੀਅਲ ਪ੍ਰੋਟੋਕੋਲ ਦੁਆਰਾ ਨਿਯੰਤਰਿਤ ਨਹੀਂ ਕੀਤਾ ਜਾਂਦਾ। ਓਕੇ ਜੀ। ਓਜ਼ੋਨ ਨੂੰ ਖਤਮ ਕਰਨ ਵਾਲੇ ਪਦਾਰਥਾਂ ਦੇ ਮੁੱਖ ਉਪਯੋਗਾਂ ਵਿੱਚ ਸ਼ਾਮਿਲ ਹਨ। ਹੁਣ ਜਿਹੜੇ ਇਹ ਪਦਾਰਥ ਆ ਇਹ ਕਿੱਥੇ ਵਰਤੇ ਜਾਂਦੇ ਆ ਜੀ। ਦੇਖੋ ਫਰਿੱਜਾਂ ਅਤੇ 에ਅਰ ਕੰਡੀਸ਼ਨਰ ਵਿੱਚ ਇਹ ਗੈਸਾਂ ਵਰਤੀਆਂ ਜਾਂਦੀਆਂ ਆ। ਅੱਗ ਬੁਝਾਉਣ ਵਾਲੇ ਯੰਤਰਾਂ ਵਿੱਚ, ਫੋਮ ਵਿੱਚ, ਐਰੋਸੋਲ ਪ੍ਰੋਪੈਲੈਂਟ ਵਿੱਚ, ਜਿਹੜੇ ਹੁੰਦੇ ਨਾ ਛੋਟੇ ਬਾਸ਼ਪ ਆ, ਸਪਰੇਅ ਵਗੈਰਾ, ਸਿੰਪਲੀ ਅਸੀਂ ਸਪਰੇਅ ਕਹਿ ਲਈਏ, ਸਪਰੇਅ ਵਗੈਰਾ ਵਿੱਚ ਇਹ ਯੂਜ਼ ਹੁੰਦੇ ਆ। ਮਿੱਟੀ ਤੇ ਛਿੜਕਾਅ ਕਰਨ ਲਈ, ਇਮਾਰਤਾਂ ਤੇ ਛਿੜਕਾਅ ਕਰਨ ਲਈ, ਫਿਊਮੀਗੇਸ਼ਨ ਟੈਕਨੀਕ ਵਿੱਚ, ਤੇ ਵਸਤੂਆਂ ਨੂੰ ਜਦੋਂ ਅਸੀਂ ਆਯਾਤ ਜਾਂ ਨਿਰਯਾਤ ਕਰਦੇ ਹਾਂ, ਐਕਸਪੋਰਟ ਇੰਪੋਰਟ ਕਰਦੇ ਹਾਂ ਤੇ ਉਹਨਾਂ ਉੱਤੇ ਕੀਟਾਣੂ ਨੂੰ ਮਾਰਨ ਵੇਲੇ ਸਪਰੇਅ ਕੀਤੀ ਜਾਂਦੀ ਹੈ। ਉੱਥੇ ਵੀ ਸਪਰੇਆਂ ਵਿੱਚ ਵੀ ਇਹ ਕੈਮੀਕਲ ਵਗੈਰਾ ਯੂਜ਼ ਹੁੰਦੇ ਆ। ਅਜਿਹੇ ਕੈਮੀਕਲ ਜਿਹੜੇ ਫਲੋਰੀਨ, ਕਲੋਰੀਨ, ਬ੍ਰੋਮੀਨ ਵਗੈਰਾ ਦਾ ਸੋਰਸ ਹੁੰਦੇ ਆ। ਓਕੇ। ਅੱਛਾ, ਹੁਣ ਪੜ੍ਹਦੇ ਹਾਂ ਜੀ ਓਜ਼ੋਨ ਕਿਵੇਂ ਘਟਦੀ ਹੈ। ਇਹ ਨਾ ਥੋੜ੍ਹਾ ਸਾਇੰਟੀਫਿਕ ਹੋ ਗਿਆ ਜ਼ਿਆਦਾ, ਥੋੜ੍ਹਾ ਟੈਕਨੀਕਲ ਵੀ ਜ਼ਿਆਦਾ ਹੋਏਗਾ, ਤਾਂ ਜਿਹੜੇ ਨੌਨ ਸਾਇੰਸ ਬੈਕਗਰਾਊਂਡ ਦੇ ਬੱਚੇ ਆ ਉਹਨਾਂ ਨੂੰ ਥੋੜ੍ਹਾ ਔਖਾ ਲੱਗ ਸਕਦਾ, ਪਰ ਆਪਾਂ ਬੇਸਿਕ ਕਨਸੈਪਟ ਚੱਕਣਾ।
ਉਹ ਬੇਸਿਕ ਕੰਸੈਪਟ ਕੀ ਆ ਜੀ, ਉਹ ਇਹ ਆ ਕਿ ਆ ਜਿਹੜਾ ਕਲੋਰੀਨ ਆ, ਕਲੋਰੀਨ ਨੇ O3 ਓਜ਼ੋਨ ਨਾਲ ਰਿਐਕਟ ਕੀਤਾ ਤੇ ClO ਪਲੱਸ ਆਕਸੀਜਨ, O3 ਦਾ ਬਣਾਤਾ ਆਕਸੀਜਨ ਤੇ ClO ਕੰਪਾਊਂਡ ਬਣਾਤਾ। ਤੇ ਇਹ ClO ਕੰਪਾਊਂਡ ਕਿਸੇ ਹੋਰ ClO ਕੰਪਾਊਂਡ ਨਾਲ ਜੁੜਿਆ ਤਾਂ Cl2 ਬਣਾਤਾ ਤੇ ਆਕਸੀਜਨ ਰਿਲੀਜ਼ ਕਰਤੀ। ਕਹਿਣ ਦਾ ਭਾਵ ਆ ਕਲੋਰੀਨ ਨੇ O3 ਨੂੰ ਤਬਾਹ ਕੀਤਾ, ਠੀਕ ਹੈ ਜੀ, ਫਿਰ ਉਹਦੇ ਤੋਂ ਕਲੋਰੀਨ ਬਣ ਗਈ। ਇੱਕ ਕਲੋਰੀਨ ਕਿਸੇ ਓਜ਼ੋਨ ਦੇ ਮੋਲੀਕਿਊਲ ਨੂੰ ਤਬਾਹ ਕਰਦੀ ਪਈ ਆ ਤਾਂ ਫਿਰ ClO ਮਿਲ ਕੇ ਕਲੋਰੀਨ ਬਣ ਗਈ, ਤਾਂ ਇਹ ਕਲੋਰੀਨ ਫਿਰ ਜਾ ਕੇ ਓਜ਼ੋਨ ਨੂੰ ਤਬਾਹ ਕਰੇਗੀ। ਇਸ ਤਰ੍ਹਾਂ ਨਾ ਇੱਕ ਕਲੋਰੀਨ ਕਿੰਨੇ ਹੀ ਹਜ਼ਾਰਾਂ ਹੀ ਓਜ਼ੋਨ ਦੇ ਮੋਲੀਕਿਊਲ ਨੂੰ ਤਬਾਹ ਕਰ ਦਿੰਦੀ ਆ। ਆ ਪੰਗਾ। ਇਸ ਤਰ੍ਹਾਂ ਕਲੋਰੀਨ ਓਜ਼ੋਨ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਦੁਬਾਰਾ ਕਲੋਰੀਨ ਪੈਦਾ ਹੁੰਦੀ ਹੈ। ਇਸ ਤਰ੍ਹਾਂ ਓਜ਼ੋਨ ਦੀ ਕਟੌਤੀ ਚੱਲਦੀ ਰਹਿੰਦੀ ਹੈ, ਓਜ਼ੋਨ ਡਿਪਲੀਸ਼ਨ ਹੁੰਦਾ ਰਹਿੰਦਾ ਹੈ। ਇੱਕ ਸਿੰਗਲ ਕਲੋਰੀਨ ਐਟਮ ਪ੍ਰਤੀਕਿਰਿਆਸ਼ੀਲ ਦਾ ਸਾਹਮਣਾ ਕਰਨ ਤੋਂ ਪਹਿਲਾਂ ਓਜ਼ੋਨ ਦੇ ਹਜ਼ਾਰਾਂ ਅਣੂਆਂ ਨੂੰ ਨਸ਼ਟ ਕਰ ਦਿੰਦਾ ਹੈ। ਸਿੰਗਲ ਕਲੋਰੀਨ, ਆਪਾਂ ਫਿਰ ਆ ਗੱਲ ਤੇ ਆਈਏ, ਕਲੋਰੀਨ ਨੇ ਓਜ਼ੋਨ ਨੂੰ ਡਿਸਟਰੋਏ ਕੀਤਾ, ClO ਬਣਿਆ, ਇਹ ClO ਇੱਕ ਹੋਰ ClO ਨਾਲ ਜੁੜਿਆ ਤਾਂ ਕਲੋਰੀਨ ਫਿਰ ਬਣ ਗਿਆ, ਤਾਂ ਇਹ ਕਲੋਰੀਨ ਫਿਰ ਜਾ ਕੇ ਓਜ਼ੋਨ ਨੂੰ ਡਿਸਟਰੋਏ ਕਰਦਾ ਆ। ਇੱਕ ਕਲੋਰੀਨ ਹਜ਼ਾਰਾਂ ਹੀ ਓਜ਼ੋਨ ਨੂੰ ਡਿਸਟਰੋਏ ਕਰ ਸਕਦਾ ਜੀ। ਓਕੇ, ਇਹ ਨਾਈਟ੍ਰੋਜਨ ਦਾ ਹਾਈਡਰੋਜਨ ਮਿਸ਼ਰਣ ਅੰਤ ਵਿੱਚ ਆ ਦੇਖੋ ਕਲੋਰੀਨ ਨੂੰ ਇਸ ਦੇ ਭੰਡਾਰ ਵਿੱਚ ਵਾਪਸ ਕਰਕੇ ਸਟੇਬਲ ਕਰ ਦਿੰਦੇ ਹਨ। ਦੇਖੋ ਜਿਹੜਾ ਕਲੋਰੀਨ ਆ ਨਾ, ਉਹ ਫਿਰ ਜਾਂ ਮੀਥੇਨ ਨਾਲ ਰਿਐਕਟ ਕਰਦਾ ਜੀ, ਜਾਂ ਕਲੋਰੀਨ ਦਾ ਕੰਪਾਊਂਡ NO2 ਨਾਲ ਰਿਐਕਟ ਕਰਦਾ ਤੇ ਕੰਪਾਊਂਡ ਬਣਾ ਦਿੰਦਾ। ਜੇ ਕਲੋਰੀਨ ਮੀਥੇਨ ਨਾਲ ਰਿਐਕਟ ਕਰਦਾ HCl ਤੇ CH3Cl ਬਣ ਗਿਆ ਜੀ। ਇੱਥੋਂ ਹੁਣ ਨਹੀਂ ਉਹ ਛੇਤੀ ਆਜ਼ਾਦ ਹੁੰਦਾ ਕਲੋਰੀਨ, ਇੱਥੇ ਵੀ ਛੇਤੀ ਉਹ ਆਜ਼ਾਦ ਨਹੀਂ ਹੁੰਦਾ, ਮਤਲਬ ਕੈਦ ਹੋ ਗਿਆ। ਤਾਂ ਜਾਂ ClO ਨੇ NO2 ਨਾਲ ਰਿਐਕਟ ਕੀਤਾ, ClO NO2 ਬਣ ਗਿਆ, ਇੱਕ ਕੰਪਾਊਂਡ ਬਣ ਗਿਆ। ਕਹਿਣ ਦਾ ਭਾਵ ਆ ਕਿ ਜੇ ਕਲੋਰੀਨ ਦਾ ਕੰਪਾਊਂਡ ਮੀਥੇਨ ਨਾਲ ਜਾਂ NO2 ਨਾਲ ਰਿਐਕਟ ਕਰੇ, ਜਾਂ ਕਲੋਰੀਨ ਮੀਥੇਨ ਜਾਂ NO2 ਨਾਲ ਰਿਐਕਟ ਕਰੇ ਤਾਂ ਸਟੇਬਲ ਕੰਪਾਊਂਡ ਬਣਾਉਂਦੀ ਆ। ਪਰ ਚੱਕਰ ਇਹ ਆ ਕਿ ਆਹ ਰਿਐਕਸ਼ਨ ਤੋਂ ਪਹਿਲਾਂ ਕਲੋਰੀਨ ਕਿੰਨੇ ਹੀ ਓਜ਼ੋਨ ਐਟਮਾਂ ਨੂੰ ਤਬਾਹ ਕਰ ਦਿੰਦੀ ਹੈ। ਨਾਈਟ੍ਰੋਜਨ ਦਾ ਹਾਈਡਰੋਜਨ ਮਿਸ਼ਰਣ ਅੰਤ ਵਿੱਚ ਕਲੋਰੀਨ ਨੂੰ ਇਸ ਦੇ ਭੰਡਾਰ ਵਿੱਚ ਵਾਪਸ ਕਰਕੇ ਸਟੇਬਲ ਕਰ ਦਿੰਦਾ ਹੈ। ਤੁਸੀਂ ਸਿੰਪਲ ਯਾਦ ਰੱਖਣਾ ਕਿ ਇੱਕ ਕਲੋਰੀਨ ਸਟੇਬਲ ਹੋਣ ਤੋਂ ਪਹਿਲਾਂ ਹਜ਼ਾਰਾਂ ਹੀ ਓਜ਼ੋਨ ਦੇ ਮੋਲੀਕਿਊਲ ਤਬਾਹ ਕਰ ਦਿੰਦੀ ਹੈ। ਇੰਨਾ ਬਹੁਤ ਆ ਜੀ। ਓਕੇ, ਅੱਗੇ ਗੱਲ ਦੇਖੋ ਜੀ, ਇਹ ਜਿਹੜੀ ਓਜ਼ੋਨ ਦੀ ਕਮੀ ਹੋ ਰਹੀ ਹੈ ਨਾ, ਓਜ਼ੋਨ ਨੂੰ ਤੋੜਨ ਦਾ ਚੱਕਰ ਆ ਜਿਹੜਾ, ਤੇ ਧਰੂਵੀ ਸਟ੍ਰੈਟੋਸਫੇਰਿਕ ਬੱਦਲ, ਧਰੁਵਾਂ ਦੇ ਕੋਲ ਸਟ੍ਰੈਟੋਸਫੇਰਿਕ ਕਲਾਉਡ ਪਾਏ ਜਾਂਦੇ ਆ, ਸਟ੍ਰੈਟੋਸਫੇਅਰ ਲੇਅਰ ਵਿੱਚ ਬੱਦਲ ਪਾਏ ਜਾਂਦੇ ਆ। ਕਹਿੰਦੇ ਜਦੋਂ ਇਹ ਬੱਦਲ ਬਣਦੇ ਆ ਤੇ ਜਦੋਂ ਓਜ਼ੋਨ ਦੀ ਕਮੀ ਹੁੰਦੀ ਆ, ਇਹ ਇੱਕੋ ਹੀ ਸਮੇਂ ਹੁੰਦਾ ਜੀ ਕੰਮ। ਇਹਦਾ ਮਤਲਬ ਆ ਜਿਹੜੇ ਬੱਦਲ ਬਣਦੇ ਆ ਨਾ, ਧਰੁਵਾਂ ਤੇ ਸਟ੍ਰੈਟੋਸਫੇਰਿਕ ਬੱਦਲ ਬਣਦੇ ਆ, ਇਹਨਾਂ ਦਾ ਕੋਈ ਨਾ ਕੋਈ ਸੰਬੰਧ ਹੈਗਾ ਆ ਓਜ਼ੋਨ ਨੂੰ ਖਤਮ ਕਰਨ ਵਿੱਚ। ਓਕੇ, ਬੇਸਿਕਲੀ ਇਹ ਜਿਹੜੇ ਬੱਦਲ ਹੁੰਦੇ ਨਾ, ਉਹ ਜਗ੍ਹਾ ਪ੍ਰੋਵਾਈਡ ਕਰਦੇ ਆ ਜੀ, ਸਬਸਟ੍ਰੇਟ ਪ੍ਰੋਵਾਈਡ ਕਰਦੇ ਆ ਰਿਐਕਸ਼ਨ ਹੋਣ ਲਈ। ਠੀਕ ਹੈ, ਪੋਲਰ ਸਟ੍ਰੈਟੋਸਫੇਰਿਕ ਬੱਦਲ, ਸਟ੍ਰੈਟੋਸਫੇਅਰ ਹੋ ਗਿਆ ਜੀ ਧਰਤੀ ਦੇ ਉੱਤੇ ਲੇਅਰ, ਸਟ੍ਰੈਟੋਸਫੇਅਰ ਵਾਲੇ ਜਿਹੜੇ ਪੋਲ ਦੇ ਕੋਲ ਬੱਦਲ ਆ ਜੀ, ਉਹ ਰਸਾਇਣਿਕ ਪ੍ਰਤੀਕਿਰਿਆਵਾਂ ਜਾਂ ਕੈਮੀਕਲ ਰਿਐਕਸ਼ਨ ਲਈ ਸਬਸਟ੍ਰੇਟ ਜਾਂ ਜਗ੍ਹਾ ਪ੍ਰਦਾਨ ਕਰਦੇ ਹਨ, ਜਿਸ ਨਾਲ ਭੰਡਾਰਾਂ ਤੋਂ ਕਲੋਰੀਨ ਮੁਕਤ ਹੁੰਦੀ ਹੈ। ਓਕੇ, ਇਹ ਗੱਲ ਨੂੰ ਸਮਝੀਏ। HCl ਦੇਖੋ ਇੱਥੇ ਕਲੋਰੀਨ ਹਾਈਡਰੋਕਲੋਰਿਕ ਐਸਿਡ ਦੇ ਰੂਪ ਵਿੱਚ ਆ, ਇੱਕ ਭੰਡਾਰ ਦੇ ਵਿੱਚ ਆ ਜੀ। ਠੀਕ ਹੈ ਜੀ, ਕਲੋਰੀਨ ਨਾਈਟ੍ਰੇਟ, ਇੱਥੇ ਕਲੋਰੀਨ ਨਾਈਟ੍ਰੇਟ ਦੇ ਨਾਲ ਕੰਪਾਊਂਡ ਬਣਾ ਕੇ ਸਟੇਬਲ ਆ, ਭੰਡਾਰ ਵਿੱਚ ਕੈਦ ਆ। ਆ ਦੇਖੋ ਆਪਾਂ ਕੀ ਪੜ੍ਹਿਆ ਸੀ, ਆਪਾਂ ਇਹੀ ਪੜ੍ਹਿਆ ਨਾ, ਕਲੋਰੀਨ ਨੇ ਮੀਥੇਨ ਨਾਲ ਰਿਐਕਟ ਕਰਕੇ ਕੁਝ ਬਣਾਤਾ ਜੀ। ਆ ਕੀ ਹੋ ਗਿਆ ਜੀ, ਕਲੋਰੀਨ ਕੈਦ ਹੋ ਗਈ। ਕਲੋਰੀਨ ਆਕਸਾਈਡ ਨੇ NO2 ਨਾਲ ਰਿਐਕਸ਼ਨ ਕਰਕੇ ਕਲੋਰੀਨ ਨਾਈਟ੍ਰੇਟ ਬਣਾਤਾ, ਇੱਥੇ ਵੀ ਕਲੋਰੀਨ ਕੈਦ ਹੋ ਗਈ। ਕਹਿਣ ਦਾ ਭਾਵ ਆ ਹੁਣ ਕਲੋਰੀਨ ਜਿਹੜੀ ਕੈਦ ਹੋ ਗਈ ਸੀ ਨਾ, ਉਹ ਆਪਸ ਵਿੱਚ ਰਿਐਕਟ ਕਰਦੀ ਆ ਤੇ ਮੋਲੀਕੂਲਰ ਕਲੋਰੀਨ ਦੇ ਦਿੰਦੀ ਆ ਸਾਨੂੰ, ਫਿਰ ਇੱਕ ਵਾਰੀ ਕਲੋਰੀਨ ਦੇ ਦਿੰਦੀ ਆ। ਹੁਣ ਇਹ ਕਲੋਰੀਨ ਦੇਖੋ, ਆਹ ਕਲੋਰੀਨ ਇੱਥੇ ਕੈਦ ਸੀ, ਇੱਥੇ ਵੀ ਕਲੋਰੀਨ ਕੈਦ ਆ, ਪਰ ਇਹ ਜਦੋਂ ਆਪਸ ਕਦੀ ਰਿਐਕਟ ਕਰਨਗੇ ਤਾਂ ਮੋਲੀਕੂਲਰ ਕਲੋਰੀਨ ਆ ਗਿਆ ਤੇ ਇਹ ਹੁਣ ਐਕਟਿਵ ਆ, ਸਾਨੂੰ ਕਲੋਰੀਨ ਮਿਲ ਗਿਆ ਜੀ। ਜਿਹੜਾ ਕਲੋਰੀਨ ਕੈਦ ਸੀਗਾ ਉਹ ਕੈਦ ਵਿੱਚੋਂ ਰਿਹਾ ਹੋ ਗਿਆ ਜੀ। ਤਾਂ ਹੁਣ ਇਹ ਕਲੋਰੀਨ ਤਿਆਰ ਆ ਦੁਬਾਰਾ ਓਜ਼ੋਨ ਨੂੰ ਡਿਸਟਰੋਏ ਕਰਨ ਲਈ। ਠੀਕ ਹੈ, ਇਹ ਕਲੋਰੀਨ ਤਿਆਰ ਆ ਦੁਬਾਰਾ ਓਜ਼ੋਨ ਨੂੰ ਡਿਸਟਰੋਏ ਕਰਨ ਲਈ। ਠੀਕ ਹੈ, ਤੇ ਆਹ ਰਿਐਕਸ਼ਨ ਕਿੱਥੇ ਹੁੰਦਾ ਜੀ, ਇਹ ਰਿਐਕਸ਼ਨ ਦੀ ਜਗ੍ਹਾ ਕੌਣ ਦਿੰਦਾ ਜੀ, ਪੋਲਰ ਸਟ੍ਰੈਟੋਸਫੇਰਿਕ
ਕਲਾਊਡ। ਪੋਲ ਦੇ ਉੱਤੇ ਦੇਖੋ ਆਹ ਧਰਤੀ ਆ, ਆਹ ਟ੍ਰੋਪੋਸਫੀਅਰ ਆ, ਆਹ ਸਟ੍ਰੈਟੋਸਫੀਅਰ ਆ। ਸਟ੍ਰੈਟੋਸਫੀਅਰ ਵਿੱਚ ਓਜ਼ੋਨ ਆ ਤੇ ਸਟ੍ਰੈਟੋਸਫੀਅਰ ਵਿੱਚ ਹੀ ਕਲਾਊਡ ਬਣਦੇ ਆ, ਬੱਦਲ ਬਣਦੇ ਆ ਜੀ। ਤਾਂ ਪੋਲ ਦੇ ਲਾਗੇ ਜਿਹੜੇ ਬੱਦਲ ਬਣਦੇ ਆ ਨਾ, ਉਹ ਬੱਦਲ ਇੱਕ ਪ੍ਰਕਾਰ ਦੀ ਸਬਸਟ੍ਰੇਟ ਜਾਂ ਜਗ੍ਹਾ ਪ੍ਰੋਵਾਈਡ ਕਰਦੇ ਆ ਆਹ ਰਿਐਕਸ਼ਨ ਲਈ, ਤਾਂ ਕਿ ਕਲੋਰੀਨ ਪੈਦਾ ਹੋ ਜਾਏ। ਜਦੋਂ ਕਲੋਰੀਨ ਪੈਦਾ ਹੋ ਗਈ, ਕਿੰਨੀ ਕਲੋਰੀਨ ਪੈਦਾ ਹੋ ਗਈ, ਉਹ ਫਿਰ ਇੱਕਦਮ ਬਾਅਦ ਵਿੱਚ O3 ਨੂੰ ਡਿਸਟਰੋਏ ਕਰਦੀ ਹੈ ਜੀ, ਓਜ਼ੋਨ ਨੂੰ ਡਿਸਟਰੋਏ ਕਰਦੀ ਆ। ਹੋ ਸਕਦਾ ਤੁਹਾਨੂੰ ਇਹ ਲੈਕਚਰ ਥੋੜ੍ਹਾ ਔਖਾ ਲੱਗੇ, ਇਹਨੂੰ ਦੁਬਾਰਾ ਸਮਝ ਲੈਣਾ। ਇਹਦੇ ਨਾਲ ਮਿਲਦਾ ਜੁਲਦਾ ਇੱਕ ਹੋਰ ਕੁਐਸਚਨ ਆ ਕਿ ਅੰਟਾਰਕਟਿਕਾ ਉੱਤੇ ਹੀ ਜ਼ਿਆਦਾ ਓਜ਼ੋਨ ਕਿਉਂ ਡਿਸਟਰੋਏ ਹੋ ਰਹੀ ਆ, ਉਹ ਆਪਾਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ। ਇਸ ਲੈਕਚਰ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਨੀ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।